प्यारे विद्यार्थियों, सब तो पहला प्यार भरी सत श्री अकाल। स्कूल सिक्ख्या विभाग पंजाब वालों शुरू की ऑनलाइन एजुकेशन मुहिम के तहत अज एक बार फिर मैनू तुहाडे नाल गलबात करन दा मौका मिलिया। अज इस लैक्चर में तुहाडा सारिਆਂ का स्वागत है। प्यारे विद्यार्थियों, अज इस लैक्चर दौरान असी 9वीं जमात के पंजाबी विषय के पाठक्रम में शामिल ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਪੜਾਂਗੇ। ਅਸੀਂ ਉਹਨਾਂ ਕਵਿਤਾਵਾਂ ਨੂੰ ਪੜਾਂਗੇ ਤੇ ਉਸ ਤੋਂ ਬਾਅਦ ਇਹਨਾਂ ਕਵਿਤਾਵਾਂ ਦਾ ਅਭਿਆਸ ਵੀ ਕਰਾਂਗੇ। ਪਰੰਤੂ ਇਹ ਸਭ ਕੁਝ ਕਰਨ ਤੋਂ ਪਹਿਲਾਂ, ਭਾਵ ਕਵਿਤਾਵਾਂ ਪੜਨ ਤੋਂ ਪਹਿਲਾਂ ਤੇ ਅਭਿਆਸ ਕਰਨ ਤੋਂ ਪਹਿਲਾਂ, ਮੈਂ ਤੁਹਾਡੇ ਨਾਲ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੇ ਜੀਵਨ ਬਾਰੇ ਕੁਝ ਗੱਲਾਂ ਸਾਂਝੀਆਂ ਕਰਦਾ ਹਾਂ। ਤੁਸੀਂ ਆਪਣੀਆਂ ਕਾਪੀਆਂ ਕੱਢ ਲਓ ਤੇ ਉਹਨਾਂ ਦੇ ਉੱਪਰ ਨੋਟ ਕਰ ਲਓ। ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਦਾ ਜਨਮ 15 ਜਨਵਰੀ 1899 ਈਸਵੀ ਨੂੰ ਭਾਈ ਸੁਜਾਨ ਸਿੰਘ ਦੇ ਘਰ ਪੋਠੋਹਾਰ ਦੇ ਇਲਾਕੇ ਪਿੰਡ ਅਦਵਾਲ ਜ਼ਿਲ੍ਹਾ ਕੈਂਬਲਪੁਰ ਵਿੱਚ ਹੋਇਆ। ਇਹ ਇਲਾਕਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫਰ ਪੰਜਾਬੀ ਕਵੀ, ਕਹਾਣੀਕਾਰ, ਆਜ਼ਾਦੀ ਘੁਲਾਟੀਏ ਅਤੇ ਸਿਆਸਤਦਾਨ ਸਨ। ਉਹਨਾਂ ਨੇ ਕੁਝ ਸਮਾਂ ਬਤੌਰ ਸਕੂਲ ਮਾਸਟਰ ਨੌਕਰੀ ਕੀਤੀ ਤੇ ਉਸ ਤੋਂ ਬਾਅਦ ਨੌਕਰੀ ਛੱਡ ਕੇ 1922 ਈਸਵੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੁਆਰਾ ਚਲਾਈ ਗਈ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ। 1922 ਈਸਵੀ ਦੇ ਵਿੱਚ ਗੁਰੂ ਕਾ ਬਾਗ ਮੋਰਚੇ ਦੇ ਵਿੱਚ ਉਹਨਾਂ ਨੇ ਗ੍ਰਿਫਤਾਰੀ ਵੀ ਦਿੱਤੀ। 1930 ਵਿੱਚ ਉਹਨਾਂ ਨੂੰ 1 ਸਾਲ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਨ ਦਾ ਮੌਕਾ ਵੀ ਪ੍ਰਾਪਤ ਹੋਇਆ। ਦੇਸ਼ ਦੀ ਆਜ਼ਾਦੀ ਲਈ ਵੱਖ-ਵੱਖ ਅੰਦੋਲਨਾਂ 'ਚ ਹਿੱਸਾ ਲੈਣ ਕਰਕੇ ਉਹਨਾਂ ਨੇ ਜੇਲਾਂ ਵੀ ਕੱਟੀਆਂ। 1949 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਆਜ਼ਾਦ ਭਾਰਤ ਵਿੱਚ ਉਹ 1952 ਤੋਂ 1966 ਤੱਕ 3 ਵਾਰ ਲੋਕ ਸਭਾ ਦੇ ਮੈਂਬਰ ਰਹੇ। 1968 ਤੋਂ 1976 ਤੱਕ 2 ਵਾਰ ਰਾਜ ਸਭਾ ਦੇ ਮੈਂਬਰ ਰਹੇ। 1966 ਵਿੱਚ ਪੰਜਾਬੀ ਸੂਬੇ ਦੀ ਭਾਸ਼ਾ ਦੇ ਆਧਾਰ 'ਤੇ ਜਦੋਂ ਸਥਾਪਨਾ ਹੋਈ ਤਾਂ ਉਹਨਾਂ ਨੂੰ ਪੰਜਾਬੀ ਸੂਬੇ ਦੇ ਪਹਿਲੇ ਮੁੱਖ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੋਇਆ। 18 ਜਨਵਰੀ 1976 ਨੂੰ ਗਿਆਨੀ ਜੀ ਦਾ ਦੇਹਾਂਤ ਹੋ ਗਿਆ ਸੀ। ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਨੇ ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿੱਚੋਂ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ, ਮੁਸਾਫਰੀਆਂ, ਟੁੱਟੇ ਖੰਭ, ਕਾਵ ਸਨੇਹੇ, ਸਹਿਜ ਸੇਤੀ, ਵੱਖਰਾ ਵੱਖਰਾ ਕਤਰਾ ਕਤਰਾ, ਦੂਰ ਨੇੜੇ, ਇਹ ਉਹਨਾਂ ਦੇ 9 ਕਾਵ ਸੰਗ੍ਰਹਿ ਹੈ। ਇਸ ਤੋਂ ਇਲਾਵਾ ਵੱਖਰੀ ਦੁਨੀਆ, ਆਲਣੇ ਦੇ ਬੋਟ, ਕੰਧਾਂ ਬੋਲ ਪਈਆਂ, 27 ਜਨਵਰੀ, ਅੱਲਾ ਵਾਲੇ, ਗੁਟਾਰ, ਸਭ ਅੱਛਾ, ਸਸਤਾ ਤਮਾਸ਼ਾ ਤੇ ਉਰਵਾਰ ਪਾਰ, ਇਹ ਸਾਰੇ ਉਹਨਾਂ ਦੇ ਕਹਾਣੀ ਸੰਗ੍ਰਹਿ ਹੈ। ਇਸ ਤੋਂ ਇਲਾਵਾ ਉਹਨਾਂ ਦੀਆਂ ਲਿਖੀਆਂ 3 ਜੀਵਨੀਆਂ ਵੀ ਪ੍ਰਕਾਸ਼ਿਤ ਮਿਲਦੀਆਂ। ਸੋ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੀ ਆਰੰਭਕ ਕਵਿਤਾ ਧਾਰਮਿਕ ਹੈ ਤੇ ਦੇਸ਼ ਭਗਤੀ ਦਾ ਅੰਸ਼ ਵੀ ਵਧੇਰੇ ਹੈ। ਇਹਨਾਂ ਦੀ ਬਹੁਤੀ ਸਾਹਿਤਕ ਰਚਨਾ ਜੇਲ੍ਹ ਸਮੇਂ ਦੀ ਆ, ਭਾਵ ਕਿ ਜਦੋਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜਦਿਆਂ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਨੇ ਜੇਲ੍ਹ ਯਾਤਰਾ ਕੀਤੀ ਤਾਂ ਉੱਥੇ ਜੇਲ੍ਹ ਵਿੱਚ ਬੈਠ ਕੇ ਇਹਨਾਂ ਨੇ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ। ਸਾਹਿਤ, ਸਮਾਜ ਤੇ ਰਾਜਨੀਤੀ ਵਿੱਚ ਕੀਤੇ ਕੰਮਾਂ ਦੇ ਬਦਲੇ ਉਹਨਾਂ ਨੂੰ ਅਨੇਕਾਂ
ਵਕਾਰੀ ਮਾਣ ਸਨਮਾਨ ਵੀ ਪ੍ਰਾਪਤ ਹੋਏ। ਉਹਨਾਂ ਨੂੰ 1978 ਈਸਵੀ ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਇਹ ਪੁਰਸਕਾਰ ਉਹਨਾਂ ਨੂੰ ਉਰਵਾਰ ਪਾਰ ਕਹਾਣੀ ਸੰਗ੍ਰਹਿ ਲਈ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਅਕਾਲ ਚਲਾਣੇ ਤੋਂ ਪਿੱਛੋਂ ਗਿਆਨੀ ਜੀ ਨੂੰ ਭਾਰਤ ਸਰਕਾਰ ਦੁਆਰਾ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸਾਡੇ ਪਾਠਕ੍ਰਮ ਵਿੱਚ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੀਆਂ ਦੋ ਕਵਿਤਾਵਾਂ ਸ਼ਾਮਲ ਨੇ। ਪਹਿਲੀ ਕੀੜੀ ਤੇ ਦੂਸਰੀ ਅਰਦਾਸ। ਹੁਣ ਅਸੀਂ ਕੀੜੀ ਕਵਿਤਾ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਮੈਂ ਕੀੜੀ ਕਵਿਤਾ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹਾਂ, ਭਾਵ ਕਿ ਅਸੀਂ ਕੀੜੀ ਕਵਿਤਾ ਦਾ ਪਾਠ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਇਸ ਕਵਿਤਾ ਦਾ ਅਭਿਆਸ ਕਰ ਲਾਂਗੇ। ਸੋ ਕੀੜੀ ਕਵਿਤਾ ਵਿੱਚ ਗਿਆਨੀ ਗੁਰਮੁਖ ਸਿੰਘ ਮੁਸਾਫਰ ਜੀ ਲਿਖਦੇ ਹਨ, ਵੱਧਦੀ ਜਾਵੇ ਤਾਂਗ ਕਿਸੇ ਵਿੱਚ ਵੱਧਦੀ ਜਾਵੇ, ਕਿਧਰੋਂ ਭਿਣਕ ਪਈ ਭੋਰੇ ਦੀ ਇੱਕ ਦੂਜੀ ਨੂੰ ਖਬਰ ਪਹੁੰਚਾਵੇ, ਵੱਧਦੀ ਜਾਵੇ ਆਪਣੀ ਧੁਨ ਵਿੱਚ ਮਸਤੀ ਅੰਦਰ ਨਹੀਂ ਛੱਡਦੀ ਉਦਮ ਦੀ ਵਾਦੀ, ਔਖੀ ਹੋ ਸੌਖੀ ਹੋ ਜਾਵੇ, ਵੱਧਦੀ ਜਾਵੇ ਔੜ ਸੌੜ ਲਈ ਕਰੇ ਤਿਆਰੀ, ਕੀੜੀ ਨੂੰ ਵੀ ਜਾਣ ਪਿਆਰੀ, ਤੁਰਿਆ ਰਹਿਣਾ ਹੌਲੀ ਪਰ ਹਫਣਾ ਨਹੀਂ ਬਹਿਣਾ, ਬਹੁਤੀ ਤੇਜ਼ੀ ਬਹੁਤ ਥਕਾਵੇ, ਹੁੱਟਿਆਂ ਮੰਜ਼ਲ ਦੂਰ ਦਿਸਾਵੇ, ਹੌਲੀ ਹੌਲੀ ਤੁਰਦੀ ਜਾਂਦੀ ਧੁਨ ਦੇ ਪੱਕੇ ਧੀਰਜ ਵਾਲੇ, ਤੋਰ ਨਾ ਛੱਡਣ ਪੈਣ ਨਾ ਕਾਲੇ, ਨਦੀਆਂ ਚਾਲ ਗੰਭੀਰ ਚੱਲਦੀਆਂ, ਸ਼ੌਹ ਸਾਗਰ ਵਿੱਚ ਜਾ ਰਲਦੀਆਂ, ਥੰਮਣਾ ਰੁਕਣਾ ਮੌਤ ਨਿਸ਼ਾਨੀ, ਦਏ ਸੜਾਂਦ ਖੜੋਤਾ ਪਾਣੀ, ਤੁਰਦੀ ਜਾਂਦੀ ਇੱਕ ਦੂਜੀ ਨੂੰ ਨਾਲ ਰਲਾਂਦੀ, ਇੱਕ ਇੱਧਰੋਂ ਇੱਕ ਅੱਗੋਂ ਆਵੇ, ਇੱਕ ਦੂਜੀ ਨੂੰ ਨਾ ਟਕਰਾਵੇ, ਵੱਧਦੀ ਜਾਵੇ ਜੇ ਹੱਥ ਆਇਆ ਭਾਰਾ ਦਾਣਾ, ਚਵਾਂ ਨੇ ਰਲ ਮਿਲ ਕੇ ਚਾਹਣਾ, ਇੱਕ ਢੂੰਡੇ ਇੱਕ ਚੁੱਕ ਲਿਆਵੇ, ਅਗਲੀ ਤੀਕ ਪਹੁੰਚਾਵੇ, ਇੱਕ ਦੇ ਪਿੱਛੇ ਇੱਕ ਤੁਰੰਦੀ, ਮਿਲਵਾਂ ਉਦਮ ਜਥੇਬੰਦੀ। ਇਸ ਕਵਿਤਾ ਦਾ ਪ੍ਰਸੰਗ ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲਓ। ਇਹ ਕਾਵਿ ਟੋਟਾ ਸਾਡੀ ਪੰਜਾਬੀ ਪੁਸਤਕ ਸਾਹਿਤਮਾਲਾ 9 ਵਿੱਚ ਦਰਜ ਗੁਰਮੁਖ ਸਿੰਘ ਮੁਸਾਫਰ ਜੀ ਦੀ ਲਿਖੀ ਕਵਿਤਾ ਕੀੜੀ ਵਿੱਚੋਂ ਲਿਆ ਗਿਆ ਹੈ। ਇਹਨਾਂ ਕਾਵਿ ਸਤਰਾਂ ਵਿੱਚ ਗੁਰਮੁਖ ਸਿੰਘ ਮੁਸਾਫਰ ਜੀ ਨੇ ਕੀੜੀ ਦੀ ਆਪਣੇ ਕੰਮ ਪ੍ਰਤੀ ਦ੍ਰਿੜਤਾ ਅਤੇ ਜਥੇਬੰਦ ਹੋ ਕੇ ਰਹਿਣ ਦਾ ਜ਼ਿਕਰ ਕੀਤਾ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਇਸ ਕਵਿਤਾ ਦੀ ਵਿਆਖਿਆ ਕਰਦੇ ਹਾਂ। ਤੁਸੀਂ ਇਹ ਵਿਆਖਿਆ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲਿਓ। ਸੋ ਇਸ ਕਵਿਤਾ ਵਿੱਚ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰੀ ਲਿਖਦੇ ਹਨ, ਵੱਧਦੀ ਜਾਵੇ ਤਾਂਗ ਕਿਸੇ ਵਿੱਚ ਵੱਧਦੀ ਜਾਵੇ, ਕਿਧਰੋਂ ਭਿਣਕ ਪਈ ਭੋਰੇ ਦੀ ਇੱਕ ਦੂਜੀ ਨੂੰ ਖਬਰ ਪਹੁੰਚਾਵੇ, ਵੱਧਦੀ ਜਾਵੇ। ਇਹਨਾਂ ਕਾਵਿ ਸਤਰਾਂ ਵਿੱਚ ਕਵੀ ਗੁਰਮੁਖ ਸਿੰਘ ਮੁਸਾਫਰ ਲਿਖਦੇ ਆ, ਕਹਿੰਦੇ ਕੀੜੀ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ। ਕੀੜੀ ਕਿਸੇ ਵਸਤੂ ਦੀ, ਕਿਸੇ ਚੀਜ਼ ਦੀ ਤਾਂਘ ਵਿੱਚ ਅੱਗੇ ਦੀ ਅੱਗੇ ਵੱਧਦੀ ਹੈ। ਕਹਿੰਦੇ ਜੇ ਕੀੜੀ ਨੂੰ ਕਿਸੇ ਖਾਣ ਵਾਲੀ ਵਸਤੂ ਦੀ ਭਿਣਕ ਪੈ ਜਾਵੇ, ਭਾਵ ਕਿ ਸੂਹ ਮਿਲ ਜਾਵੇ, ਤਾਂ ਉਹ ਇਹ ਖਬਰ ਤੁਰੰਤ ਆਪਣੀਆਂ ਨਾਲ ਦੀਆਂ ਦੂਜੀਆਂ ਕੀੜੀਆਂ ਨੂੰ ਪਹੁੰਚਾ ਦਿੰਦੀ ਹੈ। ਇਸ ਤਰ੍ਹਾਂ ਕੀੜੀ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ। ਆਪਣੀ ਧੁਨ ਵਿੱਚ ਮਸਤੀ ਅੰਦਰ ਨਹੀਂ ਛੱਡਦੀ ਉਦਮ ਦੀ ਵਾਦੀ, ਔਖੀ ਹੋ ਸੌਖੀ ਹੋ ਜਾਵੇ, ਵੱਧਦੀ ਜਾਵੇ। ਉਦਮ ਦਾ ਅਰਥ ਹੁੰਦਾ ਹੈ ਯਤਨ, ਕੋਸ਼ਿਸ਼ ਕਰਨਾ, ਤੇ ਵਾਦੀ ਦਾ ਅਰਥ ਹੁੰਦਾ ਹੈ ਆਦਤ। ਕਹਿੰਦੇ ਕੀੜੀ ਆਪਣੀ ਲਗਨ ਤੇ ਮਸਤੀ ਅੰਦਰ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ ਤੇ ਉਹ ਆਪਣੀ ਆਦਤ ਅਨੁਸਾਰ ਉਦਮ ਜਾਂ ਯਤਨ ਕਰਨਾ ਨਹੀਂ ਛੱਡਦੀ। ਕੀੜੀ ਔਖੇ ਹੋ ਕੇ ਕੰਮ ਕਰਦੀ ਹੈ ਤੇ ਬਾਅਦ ਵਿੱਚ ਸੌਖੀ ਹੋ ਜਾਂਦੀ ਹੈ। ਇਸ ਤਰ੍ਹਾਂ ਉਹ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ। ਔੜ ਸੌੜ ਲਈ ਕਰੇ ਤਿਆਰੀ, ਕੀੜੀ ਨੂੰ ਵੀ ਜਾਣ ਪਿਆਰੀ।
ਤੁਰਿਆ ਰਹਿਣਾ ਹੌਲੀ ਪਰ ਹਫਣਾ ਨਹੀਂ ਬਹਿਣਾ। ਕਹਿੰਦੇ ਕੀੜੀ ਔੜ ਸੌੜ ਲਈ ਤਿਆਰੀ ਕਰਕੇ ਰੱਖਦੀ ਹੈ। ਔੜ ਦਾ ਅਰਥ ਹੁੰਦਾ ਹੈ ਉਹ ਸਮਾਂ ਜਿਸ ਸਮੇਂ ਮੀਂਹ ਨਹੀਂ ਪੈਂਦਾ ਤੇ ਮੀਂਹ ਨਾ ਪੈਣ ਕਰਕੇ ਫਸਲ ਨਹੀਂ ਹੁੰਦੀ। ਸੋ ਕੀੜੀ ਉਸ ਤੰਗੀ ਵਾਲੇ ਸਮੇਂ ਲਈ ਅਨਾਜ ਇਕੱਠਾ ਕਰਕੇ ਰੱਖਦੀ ਹੈ, ਕਿਉਂਕਿ ਕੀੜੀ ਨੂੰ ਵੀ ਆਪਣੀ ਜਾਨ ਪਿਆਰੀ ਹੈ। ਉਹ ਹਮੇਸ਼ਾ ਤੁਰਦੀ ਰਹਿੰਦੀ ਹੈ ਪਰ ਹੌਲੀ ਹੌਲੀ ਤੁਰਦੀ ਹੈ ਤੇ ਇੱਕਦਮ ਭੱਜ ਕੇ ਤੇਜ਼ੀ ਨਾਲ ਹਫ ਕੇ ਭਾਵ ਕੇ ਥੱਕ ਕੇ ਬੈਠਦੀ ਨਹੀਂ। ਬਹੁਤੀ ਤੇਜ਼ੀ ਬਹੁਤ ਥਕਾਵੇ, ਹੁੱਟਿਆਂ ਮੰਜ਼ਲ ਦੂਰ ਦਸਾਵੇ। ਹੌਲੀ ਹੌਲੀ ਤੁਰਦੀ ਜਾਂਦੀ। ਕਵੀ ਲਿਖਦਾ ਹੈ ਕਿ ਕਿਸੇ ਵੀ ਕੰਮ ਦੇ ਵਿੱਚ ਕੀਤੀ ਹੋਈ ਬਹੁਤੀ ਤੇਜ਼ੀ ਬੰਦੇ ਨੂੰ ਥਕਾ ਦਿੰਦੀ ਹੈ ਤੇ ਜਦੋਂ ਬੰਦਾ ਬਹੁਤ ਤੇਜ਼ ਭੱਜਦਾ ਹੈ ਤਾਂ ਉਸ ਦੀ ਮੰਜ਼ਿਲ ਉਸ ਤੋਂ ਦੂਰ ਚਲੀ ਜਾਂਦੀ ਹੈ। ਪਿਆਰੇ ਵਿਦਿਆਰਥੀਓ, ਪਿਛਲੀਆਂ ਕਲਾਸਾਂ ਦੇ ਵਿੱਚ ਅਸੀਂ ਖਰਗੋਸ਼ ਤੇ ਕੱਛੂ ਕੁੰਮੇ ਵਾਲੀ ਕਹਾਣੀ ਪੜ੍ਹੀ ਹੈ। ਉਹਦੇ 'ਚ ਅਸੀਂ ਪੜ੍ਹਿਆ ਨਾ ਕਿ ਖਰਗੋਸ਼ ਬਹੁਤ ਤੇਜ਼ ਭੱਜਣ ਕਰਕੇ ਥੱਕ ਜਾਂਦਾ ਹੈ ਤੇ ਉਹ ਰਸਤੇ ਵਿੱਚ ਆਰਾਮ ਕਰਨ ਲੱਗ ਜਾਂਦਾ ਹੈ ਤੇ ਉਹਨੂੰ ਨੀਂਦ ਆ ਜਾਂਦੀ ਹੈ। ਤੇ ਕੱਛੂ ਕੁੰਮਾ ਜਿਹੜਾ ਬਹੁਤ ਧੀਮੀ ਗਤੀ ਨਾਲ ਚੱਲਦਾ ਹੈ, ਬਹੁਤ ਧੀਮੀ ਚਾਲ ਚੱਲਦਾ ਹੈ, ਪਰੰਤੂ ਫਿਰ ਵੀ ਉਹ ਤੋਂ ਜਿੱਤ ਜਾਂਦਾ ਹੈ। ਕਹਿੰਦੇ ਹੁੱਟਿਆਂ ਮੰਜ਼ਿਲ ਦੂਰ ਦਸਾਵੇ, ਭਾਵ ਕਿ ਤੇਜ਼ੀ ਵਿੱਚ ਭੱਜਣ ਨਾਲ ਕਈ ਵਾਰ ਸਾਥੋਂ ਸਾਡੀ ਮੰਜ਼ਿਲ ਆ ਜਿਹੜੀ ਉਹ ਦੂਰ ਹੋ ਜਾਂਦੀ ਹੈ। ਕੀੜੀ ਹੌਲੀ ਹੌਲੀ ਤੁਰਦੀ ਜਾਂਦੀ ਹੈ। ਧੁੰਨ ਦੇ ਪੱਕੇ ਧੀਰਜ ਵਾਲੇ, ਤੋਰ ਨਾ ਛੱਡਣ ਪੈਣ ਨਾ ਕਾਲੇ। ਨਦੀਆਂ ਚਾਲ ਗੰਭੀਰ ਚੱਲਦੀਆਂ, ਸ਼ੌਹ ਸਾਗਰ ਵਿੱਚ ਜਾ ਰਲਦੀਆਂ। ਥੰਮਣਾ ਰੁਕਣਾ ਮੌਤ ਨਿਸ਼ਾਨੀ, ਦਏ ਸੜਾਂਦ ਖੜੋਤਾ ਪਾਣੀ। ਤੁਰਦੀ ਜਾਂਦੀ। ਕਵੀ ਕਹਿੰਦਾ ਕਿ ਜਿਹੜੇ ਲੋਕ ਆਪਣੀ ਧੁਨ ਦੇ ਪੱਕੇ ਹੁੰਦੇ ਆ, ਜਿਹੜੇ ਧੀਰਜ ਵਾਲੇ ਹੁੰਦੇ ਆ, ਸਬਰ ਵਾਲੇ ਹੁੰਦੇ ਆ, ਉਹ ਕਦੇ ਵੀ ਆਪਣੀ ਤੋਰ ਨਹੀਂ ਛੱਡਦੇ, ਭਾਵ ਕਿ ਉਹ ਕਦੇ ਵੀ ਕਾਲੇ ਨਹੀਂ ਪੈਂਦੇ। ਜਿਵੇਂ ਨਦੀਆਂ ਹਮੇਸ਼ਾ ਗੰਭੀਰ ਚਾਲ ਚੱਲਦੀਆਂ, ਭਾਵ ਕਿ ਨਦੀਆਂ ਹਮੇਸ਼ਾ ਇੱਕੋ ਚਾਲ ਚਲਦੀਆਂ ਆਪਣੇ ਸ਼ੌਹਰ, ਆਪਣੇ ਪ੍ਰੀਤਮ ਸਾਗਰ ਵਿੱਚ ਜਾ ਕੇ ਰਲ ਜਾਂਦੀਆਂ। ਕਵੀ ਕਹਿੰਦਾ ਥੰਮਣਾ ਰੁਕਣਾ ਮੌਤ ਨਿਸ਼ਾਨੀ। ਥੰਮਣਾ ਰੁਕਣਾ ਮੌਤ ਹੈ, ਭਾਵ ਕਿ ਜਦੋਂ ਅਸੀਂ ਰੁਕ ਗਏ ਸਮਝ ਲਓ ਉਹ ਸਾਡੀ ਮੌਤ ਹੈ। ਥੰਮਣਾ ਰੁਕਣਾ ਮੌਤ ਦੀ ਨਿਸ਼ਾਨੀ ਹੁੰਦਾ ਹੈ। ਜਿਵੇਂ ਖੜਾ ਹੋਇਆ ਪਾਣੀ ਹਮੇਸ਼ਾ ਸੜਾਂਦ ਮਾਰਨ ਲੱਗ ਜਾਂਦਾ ਹੈ। ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਆ, ਛੱਪੜ ਦਾ ਪਾਣੀ ਇੱਕ ਥਾਂ ਖੜੇ ਰਹਿਣ ਕਰਕੇ ਕਿੰਨਾ ਗੰਦਾ ਹੋ ਜਾਂਦਾ ਹੈ ਤੇ ਉਹਦੇ ਵਿੱਚੋਂ ਗੰਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਕੀੜੀ ਹਮੇਸ਼ਾ ਤੁਰਦੀ ਰਹਿੰਦੀ ਹੈ। ਇੱਕ ਦੂਜੀ ਨੂੰ ਨਾਲ ਰਲਾਂਦੀ, ਇੱਕ ਇਧਰੋਂ ਇੱਕ ਅੱਗੋਂ ਆਵੇ, ਇੱਕ ਦੂਜੀ ਨੂੰ ਨਾ ਟਕਰਾਵੇ, ਵੱਧਦੀ ਜਾਵੇ। ਕਵੀ ਕਹਿੰਦੇ ਕਿ ਕੋਈ ਵੀ ਕੀੜੀ ਦੂਸਰੀ ਕੀੜੀ ਨਾਲੋਂ ਅੱਗੇ ਨਹੀਂ ਲੰਘਦੀ, ਭਾਵ ਕਿ ਉਹ ਇੱਕ ਦੂਜੀ ਨੂੰ ਨਾਲ ਰਲਾ ਕੇ ਚੱਲਦੀ ਹੈ। ਇੱਕ ਇਧਰੋਂ ਆ ਰਹੀ ਹੁੰਦੀ ਹੈ, ਇੱਕ ਅੱਗੋਂ ਆ ਰਹੀ ਹੁੰਦੀ ਹੈ, ਪਰੰਤੂ ਫਿਰ ਵੀ ਉਹ ਇੱਕ ਦੂਜੀ ਨੂੰ ਟਕਰਾਉਂਦੀਆਂ ਨਹੀਂ, ਕਿਉਂਕਿ ਉਹਨਾਂ 'ਚ ਕਾਹਲੀ ਨਹੀਂ ਹੈ, ਛੋਲਾਪਨ ਨਹੀਂ ਹੈ। ਇਸ ਲਈ ਆਰਾਮ ਨਾਲ ਚੱਲਦੀਆਂ ਉਹ ਅੱਗੇ ਦੀ ਅੱਗੇ ਵਧਦੀਆਂ ਜਾਂਦੀਆਂ। ਜੇ ਹੱਥ ਆਇਆ ਭਾਰਾ ਦਾਣਾ, ਚਵਾਂ ਨੇ ਰਲ ਮਿਲ ਕੇ ਚਾਣਾ। ਇੱਕ ਢੂੰਡੇ ਇੱਕ ਚੁੱਕ ਲਿਆਵੇ, ਅਗਲੀ ਤੀਕ ਪਹੁੰਚਾਵੇ। ਇੱਕ ਦੇ ਪਿੱਛੇ ਇੱਕ ਤੁਰੰਦੀ, ਮਿਲਵਾਂ ਉਦਮ ਜਥੇਬੰਦੀ। ਕਹਿੰਦੇ ਜੇ ਕਦੇ ਕਿਸੇ ਕੀੜੀ ਨੂੰ ਕੋਈ ਭਾਰਾ ਦਾਣਾ ਲੱਭ ਜੇ, ਭਾਵ ਕਿ ਕੋਈ ਖਾਣ ਵਾਲੀ ਵਸਤੂ ਜਿਹੜੀ ਭਾਰੀ ਆ ਉਹ ਮਿਲ ਜੇ, ਤਾਂ ਉਹ ਸਾਰੀਆਂ ਉਸ ਨੂੰ ਰਲ ਮਿਲ ਕੇ ਖਾਂਦੀਆਂ। ਇੱਕ ਲੱਭ ਲੈਂਦੀ ਹੈ ਤੇ ਦੂਜੀਆਂ ਉਸ ਨੂੰ ਚੁੱਕ ਲਿਆਉਂਦੀਆਂ, ਭਾਵ ਕਿ ਉਹ ਅੱਗੇ ਦੀ ਅੱਗੇ ਦੂਜੀਆਂ ਕੋਲੇ ਗੱਲ ਪਹੁੰਚਾ ਦਿੰਦੀਆਂ। ਇੱਕ ਦੇ ਪਿੱਛੇ ਇੱਕ ਤੁਰੰਦੀ। ਕੀੜੀਆਂ ਹਮੇਸ਼ਾ ਇੱਕ ਦੇ ਪਿੱਛੇ ਇੱਕ ਤੁਰਦੀਆਂ। ਤੁਸੀਂ ਦੇਖਿਆ ਹੋਣਾ ਕਦੇ ਕੰਧ ਦੇ ਉੱਪਰ ਕੀੜੀਆਂ ਤੁਰਦੀਆਂ ਨੂੰ, ਕੀੜੀਆਂ ਹਮੇਸ਼ਾ ਇੱਕ ਲਾਈਨ ਬਣਾ ਕੇ ਤੁਰਦੀਆਂ।
ਕਹਿੰਦੇ ਇੱਕ ਦੇ ਪਿੱਛੇ ਇੱਕ ਤੁਰੰਦੀ ਮਿਲਵਾਂ ਉਦਮ ਜਥੇਬੰਦੀ। ਉਹ ਹਮੇਸ਼ਾ ਕਿਸੇ ਵੀ ਕੰਮ ਨੂੰ ਕਰਨ ਲਈ ਮਿਲ ਕੇ ਰਹਿੰਦੀ ਹੈ ਤੇ ਕਵੀ ਕਹਿੰਦਾ ਮਿਲ ਕੇ ਕੰਮ ਕੀਤਿਆਂ ਹੀ ਜਥੇਬੰਦਕ ਢਾਂਚਾ ਬਣਦਾ ਹੈ। ਭਾਵ ਕਿ ਕੀੜੀਆਂ ਹਮੇਸ਼ਾ ਜਥੇਬੰਦੀ ਵਿੱਚ ਰਹਿੰਦੀਆਂ। ਹੁਣ ਤੁਸੀਂ ਇਸ ਕਵਿਤਾ ਦਾ ਕੇਂਦਰੀ ਭਾਵ ਇਹ ਵੀ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲਓ। ਕੀੜੀ ਹੌਲੀ ਹੌਲੀ ਤੁਰਦੀ ਹੋਈ ਧੁਨ ਅਤੇ ਧੀਰਜ ਨਾਲ ਲਗਾਤਾਰ ਕੰਮ ਕਰਦੀ ਰਹਿੰਦੀ ਹੈ। ਕੀੜੀਆਂ ਹਰ ਸਮੇਂ ਜਥੇਬੰਦਕ ਢੰਗ ਨਾਲ ਕੰਮ ਕਰਦੀਆਂ ਹਨ। ਮਨੁੱਖ ਨੂੰ ਕੀੜੀ ਵਾਂਗ ਹਰ ਸਮੇਂ ਆਪਣੇ ਕੰਮ 'ਚ ਜੁਟੇ ਰਹਿਣਾ ਚਾਹੀਦਾ ਹੈ ਅਤੇ ਬਾਕੀ ਸਾਥੀਆਂ ਨਾਲ ਜਥੇਬੰਦੀ ਬਣਾ ਕੇ ਰਹਿਣਾ ਚਾਹੀਦਾ ਹੈ। ਸੋ ਕੀੜੀ ਕਵਿਤਾ ਰਾਹੀਂ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਨੇ ਸਾਨੂੰ ਇਹ ਸੁਨੇਹਾ ਦਿੱਤਾ ਹੈ ਕਿ ਮਨੁੱਖ ਨੂੰ ਸ਼ਿੱਦਤ ਅਤੇ ਲਗਨ ਨਾਲ ਹਮੇਸ਼ਾ ਆਪਣੇ ਕੰਮ ਵਿੱਚ ਜੁਟੇ ਰਹਿਣਾ ਚਾਹੀਦਾ ਹੈ ਅਤੇ ਮਨੁੱਖ ਨੂੰ ਆਪਣੇ ਸਾਥੀਆਂ ਨਾਲ ਜਥੇਬੰਦਕ ਢੰਗ ਨਾਲ ਰਲ ਮਿਲ ਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਸਾਡੇ ਪਾਠਕ੍ਰਮ ਵਿੱਚ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੀ ਲਿਖੀ ਹੋਈ ਦੂਸਰੀ ਕਵਿਤਾ ਹੈ ਅਰਦਾਸ। ਸੋ ਹੁਣ ਅਸੀਂ ਅਰਦਾਸ ਕਵਿਤਾ ਕਰਦੇ ਹਾਂ। ਇਸ ਕਵਿਤਾ ਨੂੰ ਵੀ ਪਹਿਲਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹਾਂ, ਭਾਵ ਅਸੀਂ ਇਸ ਕਵਿਤਾ ਦਾ ਪਾਠ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਇਸ ਕਵਿਤਾ ਦਾ ਸਾਰਾ ਅਭਿਆਸ ਕਰ ਲਵਾਂਗੇ। ਸੋ ਅਰਦਾਸ ਕਵਿਤਾ ਵਿੱਚ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰੀ ਲਿਖਦੇ ਹਨ। ਖਸ ਲੈ ਤੇਰਾ ਹੀ ਹੈ ਸਮਾਨ ਬੇਸ਼ੱਕ ਖਸ ਲੈ, ਬਖਸ਼ਿਆ ਤੇਰਾ ਹੀ ਹੈ ਸਨਮਾਨ ਬੇਸ਼ੱਕ ਖਸ ਲੈ। ਸਿੰਚ ਕੇ ਲਹੂ ਜਿਗਰ ਦਾ ਪਾਲਿਆ ਮੈਂ ਪੋਸਿਆ, ਦਿਲ ਮੇਰੇ ਵਿੱਚ ਲੁਕਿਆ ਅਰਮਾਨ ਬੇਸ਼ੱਕ ਖਸ ਲੈ। ਮਾਲਕਾ ਸੰਸਾਰ ਤੇਰਾ ਸਵਰਗ ਨਾਲੋਂ ਘੱਟ ਨਹੀਂ, ਮੌਜਾਂ ਸਵਾਦਾਂ ਐਸ਼ ਦੀ ਇਹ ਖਾਣ ਬੇਸ਼ੱਕ ਖਸ ਲੈ। ਜਾਣਨਾ ਮੈਂ ਜਨਮ ਇਹ ਉੱਤਮ 84 ਲੱਖ ਤੋਂ, ਬਖਸ਼ਿਆ ਜਾਮਾ ਤੇਰਾ ਇਨਸਾਨ ਬੇਸ਼ੱਕ ਖਸ ਲੈ। ਮਾਣ ਹੈ ਮੈਨੂੰ ਮੇਰੀ ਜਾਦੂ ਬਿਆਨੀ ਤੇ ਬੜਾ, ਬੇਅਸਰ ਕਰਦੇ ਬੇਸ਼ੱਕ ਇਹ ਮਾਣ ਬੇਸ਼ੱਕ ਖਸ ਲੈ। ਹੁਜਤਾਂ ਦਲੀਲਾਂ ਫਲਸਫੇ ਮਰਜ਼ਾਂ ਦਿਮਾਗੀ ਲੱਗੀਆਂ, ਉਲਟ ਛੱਡ ਇਹ ਖੋਪਰੀ ਸਭ ਗਿਆਨ ਬੇਸ਼ੱਕ ਖਸ ਲੈ। ਮੋਹ ਦੀਆਂ ਕੜੀਆਂ ਦੇ ਵਿੱਚ ਲੰਮੀ ਉਮਰ ਇੱਕ ਕੈਦ ਹੈ, ਖਸ ਲੈ ਮੇਰੀ ਜਵਾਨੀ ਪ੍ਰਾਣ ਬੇਸ਼ੱਕ ਖਸ ਲੈ। ਇੱਕ ਬਖਸ਼ ਦੇ ਸਿਰਫ ਇੱਕ ਦੌਲਤ ਵਤਨ ਦੇ ਪਿਆਰ ਦੀ, ਫਿਰ ਬੇਸ਼ੱਕ ਮਰਜ਼ੀ ਤੇਰੀ ਜਿੰਦ ਜਾਨ ਬੇਸ਼ੱਕ ਖਸ ਲੈ। ਇਸ ਕਵਿਤਾ ਦਾ ਪ੍ਰਸੰਗ ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲਓ। ਇਹ ਕਾਵ ਟੋਟਾ ਸਾਡੀ ਪੰਜਾਬੀ ਪੁਸਤਕ ਸਾਹਿਤਮਾਲਾ 9 ਵਿੱਚ ਦਰਜ ਗੁਰਮੁਖ ਸਿੰਘ ਮੁਸਾਫਰ ਜੀ ਦੀ ਲਿਖੀ ਕਵਿਤਾ ਅਰਦਾਸ ਵਿੱਚੋਂ ਲਿਆ ਗਿਆ ਹੈ। ਇਹਨਾਂ ਕਾਵ ਸਤਰਾਂ ਵਿੱਚ ਗੁਰਮੁਖ ਸਿੰਘ ਮੁਸਾਫਰ ਜੀ ਨੇ ਆਪਣੀ ਦੇਸ਼ ਭਗਤੀ ਦਾ ਜ਼ਿਕਰ ਕੀਤਾ ਹੈ। ਉਹ ਪ੍ਰਭੂ ਨੂੰ ਕਹਿੰਦੇ ਹਨ ਕਿ ਉਸ ਤੋਂ ਭਾਵੇਂ ਸਾਰੀ ਦੌਲਤ ਅਤੇ ਗੁਣ ਖੋਹ ਲਵੇ, ਪਰ ਉਸ ਨੂੰ ਦੇਸ਼ ਦੇ ਪਿਆਰ ਦੀ ਦੌਲਤ ਬਖਸ਼ ਦੇਵੇ। ਇਹਨਾਂ ਕਾਵ ਸਤਰਾਂ ਵਿੱਚ ਕਵੀ ਗੁਰਮੁਖ ਸਿੰਘ ਮੁਸਾਫਰ ਜੀ ਲਿਖਦੇ ਆ, ਕਹਿੰਦੇ ਖਸ ਲੈ ਤੇਰਾ ਹੀ ਹੈ ਸਮਾਨ ਬੇਸ਼ੱਕ ਖਸ ਲੈ, ਬਖਸ਼ਿਆ ਤੇਰਾ ਹੀ ਸਨਮਾਨ ਬੇਸ਼ੱਕ ਖਸ ਲੈ। ਸਿੰਚ ਕੇ ਲਹੂ ਜਿਗਰ ਦਾ ਪਾਲਿਆ ਮੈਂ ਪੋਸਿਆ, ਦਿਲ ਮੇਰੇ ਵਿੱਚ ਲੁਕਿਆ ਅਰਮਾਨ ਬੇਸ਼ੱਕ ਖਸ ਲੈ। ਖਸ ਲੈ ਦਾ ਭਾਵ ਹੁੰਦਾ ਖੋਹ ਲੈ। ਕਹਿੰਦੇ ਹੇ ਪ੍ਰਭੂ, ਹੇ ਪਰਮਾਤਮਾ, ਮੈਂ ਜੋ ਵੀ ਹਾਂ ਇਹ ਤੇਰਾ ਹੀ ਸਮਾਨ ਹੈ, ਭਾਵ ਕਿ ਇਹ ਸਭ ਕੁਝ ਮੈਨੂੰ ਤੂੰ ਬਖਸ਼ਿਆ ਹੈ। ਇਸ ਲਈ ਜੇ ਇਹ ਖੋਣਾ ਹੈ ਤਾਂ ਖੋਹ ਲੈ। ਮੇਰੇ ਕੋਲ ਜੋ ਵੀ ਮਾਣ ਸਨਮਾਨ ਹੈ, ਮੇਰੀ ਜੋ ਵੀ ਇੱਜ਼ਤ ਹੈ, ਉਹ ਵੀ ਮੈਨੂੰ ਤੂੰ ਬਖਸ਼ਿਆ ਹੈ। ਜੇ ਤੂੰ ਉਹ ਵੀ ਖੋਣਾ ਹੈ ਤਾਂ ਖੋਹ ਲੈ। ਸਿੰਚ ਕੇ ਲਹੂ ਜਿਗਰ ਦਾ ਪਾਲਿਆ ਮੈਂ ਪੋਸਿਆ, ਦਿਲ ਮੇਰੇ ਵਿੱਚ ਲੁਕਿਆ ਅਰਮਾਨ।
ਕਹਿੰਦੇ ਮੇਰੇ ਦਿਲ ਦੇ ਵਿੱਚ ਲੁਕਿਆ ਹੋਇਆ ਅਰਮਾਨ, ਭਾਵ ਕਿ ਮੇਰੀਆਂ ਸੱਧਰਾਂ, ਮੇਰੇ ਸੁਪਨੇ, ਜਿਨ੍ਹਾਂ ਨੂੰ ਮੈਂ ਆਪਣੇ ਜਿਗਰ ਦਾ ਲਹੂ ਪਾ ਕੇ ਸਿੰਜਿਆ ਹੈ, ਜੇ ਤੂੰ ਉਹ ਵੀ ਖੋਣਾ ਹੈ ਤਾਂ ਖੋਲ ਹੈ। ਮਾਲਕਾ ਸੰਸਾਰ ਤੇਰਾ ਸਵਰਗ ਨਾਲੋਂ ਘੱਟ ਨਹੀਂ, ਮੌਜਾਂ ਸਵਾਦਾਂ ਐਸ਼ ਦੀ ਇਹ ਖਾਣ ਬੇਸ਼ੱਕ ਖਸਲ ਹੈ। ਜਾਣਨਾ ਮੈਂ ਜਨਮ ਇਹ ਉੱਤਮ 84 ਲੱਖ ਤੋਂ, ਬਖਸ਼ਿਆ ਜਾਮਾ ਤੇਰਾ ਇਨਸਾਨ ਬੇਸ਼ੱਕ ਖਸਲ ਹੈ। ਕਹਿੰਦੇ ਹੇ ਮਾਲਕਾ, ਇਹ ਜਿਹੜਾ ਤੇਰਾ ਸੰਸਾਰ ਹੈ ਇਹ ਸਵਰਗ ਨਾਲੋਂ ਘੱਟ ਨਹੀਂ। ਇਹ ਸੰਸਾਰ ਮੌਜਾਂ ਸਵਾਦਾਂ ਤੇ ਐਸ਼ ਦੀ ਖਾਣ ਹੈ। ਖਾਣ ਉਹ ਹੁੰਦੀ ਹੈ ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੈ, ਜਿਵੇਂ ਕੋਲੇ ਦੀ ਖਾਣ, ਲੋਹੇ ਦੀ ਖਾਣ, ਸੋਨੇ ਦੀ ਖਾਣ। ਕਹਿੰਦੇ ਹੇ ਮਾਲਕਾ, ਇਹ ਤੇਰਾ ਸੰਸਾਰ ਸਵਰਗ ਨਾਲੋਂ ਘੱਟ ਨਹੀਂ, ਇਹ ਮੌਜਾਂ ਸਵਾਦਾਂ ਐਸ਼ ਦੀ ਖਾਣ ਹੈ, ਬੇਸ਼ੱਕ ਖੋਣਾ ਹੈ ਤਾਂ ਖੋਲਾ। ਕਹਿੰਦਾ ਮੈਂ ਜਾਣਨਾ ਹੈ, ਭਾਵ ਕਿ ਮੈਂ ਜਾਣਦਾ ਹਾਂ ਕਿ ਇਹ ਮਨੁੱਖੀ ਜੀਵਨ 84 ਲੱਖ ਜੂਨਾਂ ਤੋਂ ਉੱਤਮ ਹੈ ਤੇ ਇਹ ਮਨੁੱਖੀ ਜਨਮ, ਭਾਵ ਕਿ ਇਹ ਇਨਸਾਨੀ ਜਨਮ ਮੈਨੂੰ ਤੂੰ ਹੀ ਬਖਸ਼ਿਆ ਹੈ ਤੇ ਜੇ ਤੂੰ ਖੋਣਾ ਹੈ ਤਾਂ ਖੋਲਾ। ਮਾਣ ਹੈ ਮੈਨੂੰ ਮੇਰੀ ਜਾਦੂ ਬਿਆਨੀ ਤੇ ਬੜਾ, ਬੇਅਸਰ ਕਰਦੇ ਬੇਸ਼ੱਕ ਇਹ ਮਾਣ ਬੇਸ਼ੱਕ ਖਸਲ ਹੈ। ਹੁਜਤਾਂ ਦਲੀਲਾਂ ਫਲਸਫੇ ਮਰਜਾਂ ਦਿਮਾਗੀ ਲੱਗੀਆਂ, ਉਲਟ ਛੱਡ ਇਹ ਖੋਪਰੀ ਸਭ ਗਿਆਨ ਬੇਸ਼ੱਕ ਖਸਲ ਹੈ। ਕਹਿੰਦੇ ਮੈਨੂੰ ਆਪਣੀ ਜਾਦੂ ਕਰਨ ਵਾਲੀ ਬਿਆਨਬਾਜ਼ੀ ਤੇ ਬਹੁਤ ਮਾਣ ਹੈ, ਭਾਵ ਕਿ ਕਹਿੰਦਾ ਜਦੋਂ ਮੈਂ ਬੋਲਦਾ ਹੈ ਤਾਂ ਮੈਂ ਲੋਕਾਂ ਨੂੰ ਕੀਲ ਲੈਂਦਾ ਹੈ। ਮੈਨੂੰ ਆਪਣੀ ਇਸ ਜਾਦੂ ਬਿਆਨੀ ਦੇ ਉੱਪਰ ਬੜਾ ਮਾਣ ਹੈ, ਬੇਸ਼ੱਕ ਤੂੰ ਇਹਨੂੰ ਬੇਅਸਰ ਕਰ ਦੇ, ਇਹ ਮੇਰਾ ਮਾਣ ਤੋੜ ਦੇ, ਜੇ ਮੈਥੋਂ ਇਹ ਖੋਣਾ ਹੈ ਤਾਂ ਖੋਲ ਹੈ। ਕਹਿੰਦੇ ਹੁਜਤਾਂ ਦਲੀਲਾਂ ਫਲਸਫੇ ਇਹ ਦਿਮਾਗ ਨੂੰ ਲੱਗੀਆਂ ਹੋਈਆਂ ਮਰਜ਼ਾਂ ਹੈ। ਮਰਜ਼ਾਂ ਭਾਵ ਬਿਮਾਰੀ। ਇਹ ਜਿਹੜੀਆਂ ਸਿਆਣਪਾਂ ਹੈ ਨਾ, ਇਹ ਮਨੁੱਖ ਦੇ ਦਿਮਾਗ ਨੂੰ ਲੱਗੀਆਂ ਹੋਈਆਂ ਬਿਮਾਰੀਆਂ ਹੁੰਦੀਆਂ। ਕਹਿੰਦੇ ਇਹ ਹੁਜਤਾਂ ਦਲੀਲਾਂ ਫਲਸਫੇ ਇਹ ਸਾਰੇ ਦੇ ਸਾਰੇ ਦਿਮਾਗ ਨੂੰ ਲੱਗੀਆਂ ਹੋਈਆਂ ਬਿਮਾਰੀਆਂ ਨੇ। ਜੇ ਤੂੰ ਚਾਹਣਾ ਹੈ ਤਾਂ ਮੇਰੀ ਖੋਪੜੀ ਪਲਟ ਦੇ, ਭਾਵ ਕਿ ਇਹ ਸਭ ਗਿਆਨ ਹੈ ਜਿਹੜੇ ਮੈਥੋਂ ਖੋਹਣੇ ਆ ਤਾਂ ਖੋਲ ਹੈ। ਮੋਹ ਦੀਆਂ ਕੜੀਆਂ ਦੇ ਵਿੱਚ ਲੰਮੀ ਉਮਰ ਇੱਕ ਕੈਦ ਹੈ, ਖਸ ਲੈ ਮੇਰੀ ਜਵਾਨੀ ਪ੍ਰਾਣ ਬੇਸ਼ੱਕ ਖਸ ਲੈ। ਕਹਿੰਦੇ ਮੋਹ ਮੁਹੱਬਤ ਦੀਆਂ ਕੜੀਆਂ ਦੇ ਵਿੱਚ ਅਸੀਂ ਜਕੜੇ ਹੋਏ ਹਾਂ, ਭਾਵ ਕਿ ਜਿਹੜੀ ਉਮਰ ਹੈ ਇੱਕ ਕੈਦ ਵਰਗੀ ਹੈ। ਜੇ ਤੂੰ ਮੇਰੀ ਜਵਾਨੀ ਖੋਹਣੀ ਹੈ ਤਾਂ ਖੋਲ ਹੈ, ਮੇਰੇ ਪ੍ਰਾਣ ਮੈਥੋਂ ਖੋਹਣੇ ਆ ਤਾਂ ਖੋਲ ਹੈ। ਇਹ ਸਾਰਾ ਕੁਝ ਦੇ ਕੇ ਹੁਣ ਕਵੀ ਲੇਖਕ ਪਰਮਾਤਮਾ ਤੋਂ ਮੰਗਦਾ ਕੀ ਹੈ? ਉਹ ਕਹਿੰਦਾ ਮੈਥੋਂ ਸਾਰਾ ਕੁਝ ਖੋਲ ਹੈ, ਭਾਵ ਕਿ ਇਹ ਜਨਮ ਖੋਲ ਹੈ, ਬੋਲਣ ਦੀ ਕਲਾ ਖੋਲ ਹੈ, ਜੋ ਕੁਝ ਵੀ ਤੂੰ ਮੈਨੂੰ ਬਖਸ਼ਿਆ ਉਹ ਸਭ ਕੁਝ ਖੋਲ ਹੈ, ਮੇਰੇ ਪ੍ਰਾਣ ਵੀ ਖੋਲ ਹੈ, ਮੇਰੀ ਜਵਾਨੀ ਵੀ ਖੋਲ ਹੈ। ਤੇ ਹੁਣ ਇਹ ਸਭ ਕੁਝ ਦੇ ਕੇ ਕਵੀ ਉਹਦੇ ਬਦਲੇ ਮੰਗਦਾ ਕੀ ਹੈ? ਕਹਿੰਦਾ ਇੱਕ ਬਖਸ਼ ਦੇ ਸਿਰਫ ਦੌਲਤ ਵਤਨ ਦੇ ਪਿਆਰ ਦੀ, ਫਿਰ ਬੇਸ਼ੱਕ ਮਰਜ਼ੀ ਤੇਰੀ ਜਿੰਦ ਜਾਨ ਬੇਸ਼ੱਕ ਖਸਲ ਹੈ। ਕਵੀ ਕਹਿੰਦਾ ਮੈਨੂੰ ਸਿਰਫ ਤੇ ਸਿਰਫ ਮੇਰੇ ਦੇਸ਼ ਦੀ, ਭਾਵ ਕਿ ਵਤਨ ਦੇ ਪਿਆਰ ਦੀ ਦੌਲਤ ਬਖਸ਼ ਦੇ, ਉਸ ਤੋਂ ਬਾਅਦ ਬੇਸ਼ੱਕ ਇਹ ਸਾਰੇ ਦਾ ਸਾਰਾ ਕੁਛ ਮੇਰੀ ਜਿੰਦ ਜਾਨ ਮੈਥੋਂ ਖੋਲ ਹੈ। ਹੁਣ ਤੁਸੀਂ ਇਸ ਕਵਿਤਾ ਦਾ ਕੇਂਦਰੀ ਭਾਵ ਇਹ ਵੀ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲਓ। ਇਸ ਕਵਿਤਾ ਵਿੱਚ ਗੁਰਮੁਖ ਸਿੰਘ ਮੁਸਾਫਰ ਜੀ ਲਿਖਦੇ ਹਨ ਕਿ ਪ੍ਰਭੂ ਭਾਵੇਂ ਉਸ ਤੋਂ ਸਾਰਾ ਕੁਝ ਖੋਹ ਲਵੇ ਪਰ ਉਸ ਨੂੰ ਆਪਣੇ ਦੇਸ਼ ਦੇ ਪਿਆਰ ਦੀ ਦੌਲਤ ਬਖਸ਼ ਦੇਵੇ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਕੁਝ ਵਸਤੂਨਿਸ਼ਟ ਪ੍ਰਸ਼ਨ ਕਰਦੇ ਹਾਂ।
ਹਰੇਕ ਪ੍ਰਸ਼ਨ ਦੇ ਨਾਲ ਉੱਤਰ ਦੀਆਂ 4 ਆਪਸ਼ਨਾਂ ਦਿੱਤੀਆਂ ਹੋਈਆਂ ਨੇ। ਤੁਸੀਂ ਉਹਨਾਂ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਉੱਤਰ ਦੀ ਚੋਣ ਕਰ ਲੈਣੀ ਹੈ ਤੇ ਉਹਨੂੰ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲੈਣਾ ਹੈ। ਪਹਿਲਾ ਪ੍ਰਸ਼ਨ ਹੈ, ਕੀੜੀ ਜਾਂ ਅਰਦਾਸ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ? ਭਾਈ ਵੀਰ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਧਨੀ ਰਾਮ ਚਾਤਰਿਕ, ਗੁਰਮੁਖ ਸਿੰਘ ਮੁਸਾਫਰ। ਸੋ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਗੁਰਮੁਖ ਸਿੰਘ ਮੁਸਾਫਰ। ਕੀੜੀ ਕਿਸ ਦੀ ਵਾਦੀ ਨਹੀਂ ਛੱਡਦੀ? ਖਾਣ ਦੀ, ਤੁਰਨ ਦੀ, ਉਦਮ ਦੀ, ਆਲਸ ਦੀ। ਸੋ ਇਸ ਦਾ ਸਹੀ ਉੱਤਰ ਹੈ ਉਦਮ ਦੀ। ਧੁੰਨ ਦੇ ਪੱਕੇ ਧੀਰਜ ਵਾਲੇ ਡੈਸ਼ ਨਾ ਛੱਡਣ ਪੈਣ ਨਾ ਕਾਲੇ। ਖਾਲੀ ਥਾਂ 'ਚ ਦੇਖੋ ਕੀ ਆਵੇਗਾ? ਖਾਣ ਪੀਣ, ਆਲਸ, ਉਦਮ, ਤੋਰ। ਉੱਤਰ ਹੈ ਤੋਰ। ਧੁੰਨ ਦੇ ਪੱਕੇ ਧੀਰਜ ਵਾਲੇ ਤੋਰ ਨਾ ਛੱਡਣ ਪੈਣ ਨਾ ਕਾਲੇ। ਕਵੀ ਅਨੁਸਾਰ ਖੜੋਤਾ ਪਾਣੀ ਕਿਹੋ ਜਿਹਾ ਹੋ ਜਾਂਦਾ ਹੈ? ਪਵਿੱਤਰ, ਮਿੱਠਾ, ਸੜਾਂਦ ਮਾਰਦਾ ਹੈ? ਇਹਨਾਂ ਚੋਂ ਕੋਈ ਨਹੀਂ। ਸੋ ਸਹੀ ਉੱਤਰ ਹੈ ਸੜਾਂਦ ਮਾਰਦਾ ਹੈ। ਅਗਲਾ ਪ੍ਰਸ਼ਨ ਹੈ, ਕਵੀ ਅਨੁਸਾਰ ਸੰਸਾਰ ਕਾਹਦੇ ਤੋਂ ਘੱਟ ਨਹੀਂ? ਅਮਰੀਕਾ ਤੋਂ, ਸਵਰਗ ਤੋਂ, ਨਰਕ ਤੋਂ? ਇਹਨਾਂ ਚੋਂ ਕੋਈ ਨਹੀਂ। ਸੋ ਸਹੀ ਉੱਤਰ ਹੈ ਸਵਰਗ ਤੋਂ। ਅਗਲਾ ਪ੍ਰਸ਼ਨ ਹੈ, ਕਵੀ ਅਨੁਸਾਰ ਕਿੰਨੀਆਂ ਜੂਨਾਂ ਤੋਂ ਬਾਅਦ ਮਨੁੱਖੀ ਜਨਮ ਮਿਲਦਾ ਹੈ? 84, 84 ਲੱਖ, 8400, 84,000। ਸੋ ਇਸ ਦਾ ਉੱਤਰ ਹੈ 84 ਲੱਖ। ਅਗਲਾ ਪ੍ਰਸ਼ਨ ਹੈ, ਅਰਦਾਸ ਕਵਿਤਾ ਵਿੱਚ ਕਵੀ ਰੱਬ ਤੋਂ ਕੀ ਮੰਗਦਾ ਹੈ? ਇਸ ਦਾ ਉੱਤਰ ਹੈ ਵਤਨ ਦੇ ਪਿਆਰ ਦੀ ਦੌਲਤ। ਅਗਲਾ ਪ੍ਰਸ਼ਨ ਹੈ, ਕਵੀ ਅਨੁਸਾਰ ਹੁਜਤਾਂ, ਦਲੀਲਾਂ, ਫਲਸਫੇ ਕੀ ਹਨ? ਇਸ ਦਾ ਉੱਤਰ ਹੈ ਦਿਮਾਗੀ ਮਰਜ਼ਾਂ। ਹੁਜਤਾਂ, ਦਲੀਲਾਂ, ਫਲਸਫੇ ਦਿਮਾਗੀ ਮਰਜ਼ਾਂ ਹਨ, ਭਾਵ ਕਿ ਬਿਮਾਰੀਆਂ ਹਨ। ਕਵੀ ਨੂੰ ਆਪਣੀ ਕਿਸ ਚੀਜ਼ ਤੇ ਮਾਣ ਹੈ? ਇਸ ਦਾ ਉੱਤਰ ਹੈ ਜਾਦੂ ਬਿਆਨੀ ਤੇ। ਅਰਦਾਸ ਕਵਿਤਾ ਰਾਹੀਂ ਗਿਆਨੀ ਗੁਰਮੁਖ ਸਿੰਘ ਮੁਸਾਫਰ ਆਪਣੇ ਵਤਨ ਦੇ ਪਿਆਰ ਦਾ ਪ੍ਰਗਟਾਵਾ ਕਰਦੇ ਹੋਏ ਸਾਨੂੰ ਇਹ ਸੁਨੇਹਾ ਦਿੰਦੇ ਹੈ ਕਿ ਮਨੁੱਖ ਨੂੰ ਆਪਣੇ ਵਤਨ ਦੇ ਪਿਆਰ ਲਈ, ਆਪਣੇ ਦੇਸ਼ ਦੀ ਵਫਾਦਾਰੀ ਲਈ ਜੇਕਰ ਆਪਣਾ ਸਭ ਕੁਝ ਕੁਰਬਾਨ ਕਰਨਾ ਪੈ ਜੇ ਤਾਂ ਹੱਸ ਕੇ ਕੁਰਬਾਨ ਕਰ ਦੇਣਾ ਚਾਹੀਦਾ ਹੈ, ਪਰੰਤੂ ਉਸ ਨੂੰ ਆਪਣੇ ਦੇਸ਼ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਹੈ ਤੇ ਆਪਣੇ ਵਤਨ ਨੂੰ ਮੁਹੱਬਤ ਕਰਨੀ ਚਾਹੀਦੀ ਹੈ। ਪਿਆਰੇ ਵਿਦਿਆਰਥੀਓ, ਅਸੀਂ 10ਵੀਂ ਜਮਾਤ ਦੇ ਵਿੱਚ ਵੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੀ ਲਿਖੀ ਹੋਈ ਇੱਕ ਕਹਾਣੀ ਪੜ੍ਹਨੀ ਹੈ, ਬਾਗੀ ਦੀ ਧੀ। ਉਸ ਕਹਾਣੀ ਦੇ ਵਿੱਚ ਵੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦੀ ਗੱਲ ਕੀਤੀ ਹੈ। ਭਾਵ ਉਸ ਕਹਾਣੀ ਰਾਹੀਂ ਵੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਨੇ ਆਪਣੀ ਦੇਸ਼ ਪ੍ਰਤੀ ਮੁਹੱਬਤ ਦਾ ਪ੍ਰਗਟਾਵਾ ਕੀਤਾ ਹੈ। ਸੋ ਤੁਸੀਂ ਸਾਰੀ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਿਆ, ਅਭਿਆਸ ਵੀ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲਿਆ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਦਿਨ, ਕਿਸੇ ਹੋਰ ਲੈਕਚਰ ਦੇ ਨਾਲ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ, ਸ਼ੁਕਰੀਆ।